ਦੀਜੈ ਸਿਰ ਦੀਜੈ ਕਾਣ ਨਾ ਕੀਜੈ ਪਹਿਲਾ ਵਰਨ ਕਬੂਲ ਜੀਵਨ ਕੀ ਛਾੜ ਆਸ ਹੋ ਸਭਨਾ ਕੀ ਰੇਣਕਾ ਤਉ ਆਓ ਹਮਾਰੇ ਪਾਸ ਸੂਰਾ ਸੋ ਪਹਿਚਾਨੀਐ ਜੋ ਲੜਾਏ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾੜੈ ਖੇਤ ਤੇਰੀ ਸ਼ਰਨ ਮੇਰੇ ਦੀਨ ਦਇਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰਾਖੋ ਸਰਮ ਆਸਾੜੀ ਜੀਓ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੋਦ ਡਿਠੇ ਸੱਚੇ ਪਾਤਸ਼ਾਹ ਮਾਰ ਜਨਮ ਜਨਮ ਦੀ ਕੱਟੀਐ ਸਜਣ ਸੱਚਾ ਪਾਤਸ਼ਾਹ ਸਿਰ ਸਾਧ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੁ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਚ ਰੰਗ ਇੱਕੋ ਨਾਮ ਆਧਾਰ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੂੜਾ ਵਿਆ ਦਿਸਨ ਸਤੇ ਚਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤ੍ਰਿਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ
सखिए प्रभ पाया। हाँ तिन कै सद बलिहार, नानक हर जी मया कर, शब्द सवारण हार। सावण बिना सुहागणी, जिन राम नाम उरहार। नानक हर जी माया कर, शब्द सवारण हार। सावण बिना सुहागणी, जिन राम नाम उरहार। वाहिगुरु जी का खालसा, वाहिगुरु जी की फतेह। परम सन्मान सत्कार जुगो जुग अटल शब्द गुरु। चावर तखत छतर दे मालक, दसां पातशाहियां दी जोत। समरथ प्रतख हाजिर नाजिर सतगुरु। वालिए दो जहां हथ पद दे रखियत। धन धन साहिब सतगुरु। आद श्री गुरु ग्रंथ साहिब जी महाराज। ऐसे दीन दयाल सतगुरु पातशाह महाराज जी दी अपरिपार कृपा रहमत बख्शत दा सदका श्री दशमेश पिता जी श्री कलगीधर जी पंथ वाली अमृत दे दाते सतगुरु साहिब कमाल बादशाह दरवेश अरशा फरशा दे मालिक नीले दे शाहे असवार देव तेग दे धनी मर्द अगंबड़े धन 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 सतगुरु श्री गुरु गोबिंद सिंह साहिब जी महाराज जी ने महान पावन पवित्र इतिहासक मुकद्दस मुबारक पाक अस्थान तख्त श्री केसगढ़ साहिब जी विखे हाजरियां भर रहे यात्रा करदे साहिबां जी दी महान गुरु संगत पंगत का लाहा ले रहे गुरु सवारे गुरु पातशाह जी दी साजी नवाजी गुरु रूप गुरु खालसा गुरु संगत जीओ आप जी बड़भागे हो जो सतगुरु पातशाह महाराज जी ने बख्शिश किए हुए उदम उपराले प्रेरणा द्वारा साहिबां जी ने महान पावन स्थान की हाजरी भर के साहिब सच्चे सतगुरु जी को नतमस्तक होंदियां साहिबां जी के दर्शन परसन करके सतगुरु जी की महान गुरसंगत विच बैठ के साहिबां जी की इलाही दरगाही अमृत बाणी नूं सरवण करन का सुभाग प्राप्त करते हैं। जीवन दी घड़ियां नूं समय सुवासां नूं सफल कीता है। सतगुरु पातशाह जी के महान पावन स्थान से रोजाना ही अमृत वेले तो साजरे सुंदर दीवान अंदर इलाही बाणी गुर की बाणी खसम की बाणी की विचार होती है। गुर शब्द की विचार सतगुरु पातशाह जी रोजाना ही साड़ी हिरदे झोली में बख्शिश करते पाते हैं। अज सौन महीने का पहला दिन होने करके जिसनों संग्राम का दिहाड़ा आख्या जाता है। पुराने समय के अंदर इस शब्द को संक्रांत कहते सन। सं भरी प्रकार क्रांत अर्थ है तब्दीली। जदों मौसम के विच
ਬਦਲਾਵ ਆਉਂਦਾ, ਤਬਦੀਲੀ ਆਉਂਦੀ ਹੈ। ਸੂਰਜ ਦਾ ਰਥ 12 ਰਾਸਾਂ ਵਿੱਚ ਘੁੰਮਦਾ ਹੋਇਆ ਇੱਕ ਰਾਸ ਤੋਂ ਜਦੋਂ ਦੂਜੀ ਰਾਸ ਵਿੱਚ ਪ੍ਰਵੇਸ਼ ਕਰਦਾ ਹੈ, ਉਸ ਦਿਨ ਨੂੰ ਵਿਦਵਾਨ ਸੱਜਣ ਸੰਗਰਾਂਦ ਆਖਦੇ ਹਨ। ਸੋ ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਭਲੇ ਹੇਤ ਸਮੁੱਚੀ ਮਨੁੱਖਤਾ, ਸਮੂਹ ਮਾਨਵਤਾ ਦੀ ਕਲਿਆਣ ਕਰਨ ਵਾਲਾ ਪਾਵਨ ਉਪਦੇਸ਼, ਪਾਵਨ ਬਾਣੀ 12 ਮਾਹਾਂ ਦੇ ਦੁਆਰਾ ਉਚਾਰਨ ਕਰਕੇ ਬਖਸ਼ਿਸ਼ ਕੀਤਾ ਹੈ। ਇਸ ਦੇ ਵਿੱਚੋਂ ਅੱਜ ਜੋ ਸਾਵਣ ਦਾ ਮਹੀਨਾ ਹੈ, ਜਿਸ ਨੂੰ ਅਸੀਂ ਠੇਠ ਪੰਜਾਬੀ ਬੋਲੀ ਵਿੱਚ ਸਾਉਣ ਕਹਿੰਦੇ ਹਾਂ, ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਪਾਵਨ ਉਪਦੇਸ਼ ਦੁਆਰਾ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜੋ ਸਿੱਖਿਆ ਦਿੱਤੀ ਹੈ, ਸਾਵਣ ਦੇ ਮਹੀਨੇ ਨੂੰ ਮਾਧਿਅਮ ਬਣਾ ਕਰਕੇ, ਸਾਵਣ ਦਾ ਮਹੀਨਾ ਇੱਕ ਪ੍ਰਤੀਕ ਵਜੋਂ ਲੈ ਕਰਕੇ ਜੋ ਅੰਦਰ ਦਾ ਭਾਵ ਸਾਹਿਬ ਨੇ ਬਖਸ਼ਿਸ਼ ਕੀਤਾ ਹੈ, ਉਸ ਦੀ ਕੁਝ ਸਮੇਂ ਵਾਸਤੇ ਵਿਚਾਰ ਕਰਨੀ ਹੈ। ਜਿੱਥੇ ਤੁਰਕੀ ਬਾਣੀ ਦੀ ਵਿਚਾਰ ਕਰਨੀ ਹੈ, ਉੱਥੇ ਨਾਲ ਹੀ ਅੱਜ ਮਹਾਨ ਇਤਿਹਾਸਕ ਦਿਨ ਹੈ, ਜਿਸ ਦਿਨ ਨੂੰ ਰੋਜ਼ਾਨਾ ਹੀ ਗੁਰੂ ਕੇ ਸਿੱਖ ਅਰਦਾਸ ਯਾਦ ਕਰਦੇ ਹਨ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੀ, ਬੰਦ ਬੰਦ ਕਟਾਏ, ਖੋਪੜੀਆਂ ਲੋਹਾਈਆਂ, ਜਰਖੀਆਂ ਤੇ ਜੜੇ, ਆਰਿਆਂ ਨਾਲ ਚਰਾਏ ਗਏ। ਉਹਨਾਂ ਸੂਰਬੀਰ ਬਹਾਦਰਾਂ ਮਰਦਾਂ ਦੇ ਵਿੱਚੋਂ ਇੱਕ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਲਾਲ 22 ਸਾਲ ਦੀ ਨੌਜਵਾਨ ਭਰ ਜਵਾਨੀ ਦੀ ਉਮਰ ਦੇ ਅਮਰ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ, ਜਿਨ੍ਹਾਂ ਦਾ ਖੋਪਰਾ ਲਾਹ ਕਰਕੇ ਸ਼ਹੀਦ ਕੀਤਾ ਗਿਆ। ਅੱਜ ਉਸ ਗੁਰਮੁਖ ਪਿਆਰੇ ਕੀਰਤੀ ਸਿੱਖ, ਪਰਨੀਕ ਸਿੱਖ, ਦਿਆਲੂ ਕਿਰਪਾਲੂ ਆਤਮਾ ਵਾਲੇ ਔਰ ਹੋਰਨਾਂ ਧਰਮਾਂ ਦੀਆਂ ਬਹੁ ਬੇਟੀਆਂ ਨੂੰ ਬਚਾਉਣ ਵਾਲੇ ਅਮਰ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਬੁੱਢਾ, ਉਹਨਾਂ ਦਾ ਅੱਜ ਸ਼ਹੀਦੀ ਦਿਨ ਹੈ। ਇੱਕ ਸੌਣ ਵਾਲੇ ਦਿਨ ਉਹਨਾਂ ਨੂੰ ਜ਼ਾਲਮ ਸਰਕਾਰ ਜ਼ਕਰੀਆ ਖਾਨ ਵੱਲੋਂ ਲਾਹੌਰ ਵਿਖੇ ਸ਼ਹੀਦ ਕੀਤਾ ਗਿਆ। ਬਿਕਰਮੀ ਸੰਮਤ 1802 ਔਰ ਈਸਵੀ ਸਨ 1745 ਇਹ ਦੁਖਦਾਈ ਭਾਣਾ ਵਰਤਿਆ, ਜਿਸ ਸ਼ਹੀਦੀ ਨੇ ਸਿੱਖਾਂ ਦੇ ਅੰਦਰ ਇੱਕ ਬੜਾ ਰੋਹ ਦਾ ਪਾਂਬੜ ਬਾਲਿਆ। ਇੱਕ ਨਾਮ ਜਪਣ ਵਾਲਾ, ਇੱਕ ਕੀਰਤੀ ਸਿੱਖ, ਦਰ ਤੇ ਚੱਲ ਕੇ ਆਏ ਦੀ ਬਾਂਹ ਫੜਨ ਵਾਲਾ, ਹਰੇਕ ਦੀ ਸਹਾਇਤਾ ਕਰਨ ਵਾਲਾ, ਭਾਵੇਂ ਕੋਈ ਮੁਸਲਮਾਨ ਹੋਵੇ ਭਾਵੇਂ ਕੋਈ ਹਿੰਦੂ ਹੋਵੇ। ਐਸੇ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਤਾਰੂ ਸਿੰਘ ਨੂੰ ਜ਼ਾਲਮਾਂ ਵੱਲੋਂ ਸ਼ਹੀਦ ਕੀਤਾ। ਸਿੱਖਾਂ ਨੇ ਫਿਰ ਉਹਨਾਂ ਜ਼ਾਲਮਾਂ ਨੂੰ ਚਾਟਾ ਛਕਾਇਆ, ਜੋ ਖਾਲਸੇ ਦੀ ਬੋਲੀ ਵਿੱਚ ਸੋਧਾ ਲਾਉਣਾ ਜਾਂ ਚਾਟਾ ਛਕਾਉਣਾ ਹੈ। ਔਰ ਜਿਸ ਜ਼ਾਲਮ ਨੇ ਜ਼ੁਲਮ ਕਮਾਇਆ ਸੀ, ਉਹਨੂੰ ਭਾਈ ਸਾਹਿਬ ਜੀ ਆਪਣੇ ਛਿੱਤਰ ਅੱਗੇ ਲਾ ਕੇ ਜੁੱਤੀ ਦੀ ਮਾਰ ਮਰਵਾ ਕਰਕੇ ਨਰਕਾਂ ਦੇ ਰਾਹ ਪਾ ਕੇ ਫਿਰ ਸ਼ਹੀਦੀ ਪਾਈ। ਜੰਡਿਆਲੇ ਦੇ ਰਹਿਣ ਵਾਲਾ ਭਗਤ ਨਿਰੰਜਨੀਆ, ਜਿਹਦੇ ਨਾਮ ਦੇ ਨਾਲ ਹਰ ਸ਼ਬਦ ਜੋੜਿਆ ਹੈ, ਪਰ ਹਰੀ ਦਾ ਭਗਤ ਨਹੀਂ ਸੀ। ਉਹ ਸਰਕਾਰੀ ਟੌਟ ਮੁਖਬਰੀਆਂ ਕਰਨ ਵਾਲਾ ਇੱਕ ਸਰਕਾਰੀ ਵਿਅਕਤੀ ਸੀ, ਜਿਸ ਨੇ ਬੜੇ ਖਾਲਸੇ ਤੇ ਸਿੰਘਾਂ ਤੇ ਜ਼ੁਲਮ ਕਮਾਏ, ਸਿੰਘਾਂ ਨੂੰ ਗ੍ਰਿਫਤਾਰ ਕਰਵਾਇਆ। ਅਮਰ ਸ਼ਹੀਦ ਭਾਈ ਸਾਹਿਬ ਭਾਈ ਮਤਾਬ ਸਿੰਘ ਜੀ ਮੀਰਾਂਕੋਟ ਵਾਲੇ, ਜਿਨ੍ਹਾਂ ਨੇ ਦੁਸ਼ਟ ਮੱਸੇ ਰੰਗੜ ਦਾ ਸਿਰ ਲਾਇਆ ਸੀ, ਸ਼੍ਰੀ ਦਰਬਾਰ ਸਾਹਿਬ ਦੀ ਹੁੰਦੀ ਬੇਅਦਬੀ ਨੂੰ ਠੱਲ ਪਾਈ। ਉਸ ਅਮਰ ਸ਼ਹੀਦ ਭਾਈ ਸਾਹਿਬ ਭਾਈ ਮਤਾਬ ਸਿੰਘ ਮੀਰਾਂਕੋਟ ਵਾਲੇ ਦੇ ਪੋਤਰੇ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ,
ਜਿਨ੍ਹਾਂ ਨੇ ਸਿੱਖ ਇਤਿਹਾਸ ਗੁਰੂ ਇਤਿਹਾਸ ਲਿਖਿਆ ਹੈ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ। ਜੋ ਸਿੱਖ ਇਤਿਹਾਸ ਦਾ ਸਭ ਤੋਂ ਮੁੱਢਲਾ ਤੇ ਪਹਿਲਾ ਸਰੋਤ ਹੈ, ਜਿਨ੍ਹਾਂ ਦੇ ਕੰਨੀ ਇਹ ਗੱਲਾਂ ਪਈਆਂ ਸਨ ਕਿ ਧਰਮ ਦੇ ਵੈਰੀਆਂ ਗੁਰੂ ਘਰ ਦੇ ਦੋਖੀਆਂ ਵੱਲੋਂ ਇਤਿਹਾਸ ਵਿਗਾੜਿਆ ਜਾ ਰਿਹਾ। ਅੱਜ ਵੀ ਜਿਵੇਂ ਬਹੁਤ ਯਤਨ ਕੀਤੇ ਜਾ ਰਹੇ ਨੇ ਸਿੱਖਾਂ ਦਾ ਇਤਿਹਾਸ ਵਿਗਾੜਿਆ ਜਾਵੇ, ਰਲਾ ਪਾਇਆ ਜਾਏ, ਧੁੰਦਲਾ ਕੀਤਾ ਜਾਏ, ਆਉਣ ਵਾਲੀਆਂ ਪੀੜ੍ਹੀਆਂ ਦੇ ਮਨਾਂ ਵਿੱਚ ਫਰਕ ਪੈ ਜਾਵੇ। ਕਦੀ ਪਟਿਆਲਾ ਯੂਨੀਵਰਸਿਟੀ ਵੱਲੋਂ ਇਹੋ ਜਿਹੇ ਕੁਝ ਯਤਨ ਕੀਤੇ ਜਾਂਦੇ ਹਨ, ਕਦੀ RSS ਵੱਲੋਂ, ਕਦੀ ਹੋਰ ਕਿਸੇ ਵੱਲੋਂ ਇਹੋ ਜਿਹੀ ਘਟੀਆ ਕਿਸਮ ਦੀ ਸ਼ਬਦਾਵਲੀ ਵਰਤ ਕਰਕੇ ਪੁਸਤਕਾਂ ਲਿਖੀਆਂ ਜਾਂਦੀਆਂ ਨੇ ਜੋ ਪੰਥ ਦਰਦੀ ਸਿੱਖਾਂ ਦੇ ਹਿਰਦਿਆਂ ਨੂੰ ਬੜੀ ਭਾਰੀ ਠੇਸ ਪਹੁੰਚਾਉਂਦੀਆਂ ਹਨ। ਸੋ ਐਸਾ ਯਤਨ ਜਦੋਂ ਭਾਈ ਰਤਨ ਸਿੰਘ ਭੰਗੂ ਨੇ ਸੁਣਿਆ ਕਿ ਦੁਸ਼ਟਾਂ ਦੇ ਵੱਲੋਂ ਸਾਡੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਇਤਿਹਾਸ ਨੂੰ ਰੋਲਣ ਦਾ ਯਤਨ ਕੀਤਾ ਜਾ ਰਿਹਾ ਹੈ, ਤਾਂ ਉਹਨਾਂ ਬੜੀ ਮਿਹਨਤ ਨਾਲ ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ। ਉਸ ਪੰਥ ਪ੍ਰਕਾਸ਼ ਦੇ ਅੰਦਰ ਗਿਆਨੀ ਰਤਨ ਸਿੰਘ ਭੰਗੂ ਲਿਖਦਾ ਹੈ, ਹਰ ਭਗਤ ਨਰੰਜਨੀਏ ਯੋ ਫਿਰ ਕਹੀ ਕੂਲੋ ਪਿੰਡ ਇੱਕ ਮਾਝੇ ਆਹੀ। ਦੁਸ਼ਟ ਭਗਤ ਨਰੰਜਨੀਏ ਨੇ ਗੱਲ ਜਾ ਕਰਕੇ ਲਾਹੌਰ ਦਰਬਾਰ 'ਚ ਦੱਸੀ। ਜਦੋਂ ਪਤਾ ਲੱਗਾ ਕਿ ਵਸੇ ਰੰਗੜ ਦਾ ਸਿਰ ਲਾਉਣ ਵਾਲੇ ਮਾਝੇ ਦੇ ਹੀ ਹਨ, ਭਾਈ ਸੁੱਖਾ ਸਿੰਘ, ਭਾਈ ਮਤਾਬ ਸਿੰਘ, ਇਹਨੇ ਦੁਸ਼ਟ ਨੇ ਕਿਹਾ ਸੀ ਜਿੰਨਾ ਚਿਰ ਤਾਰੂ ਸਿੰਘ ਜਿਉਂਦਾ ਹੈ ਉਹਨਾਂ ਚਿਰ ਸਿੰਘ ਮੁੱਕ ਨਹੀਂ ਸਕਦੇ, ਕਿਉਂਕਿ ਉਹਨਾਂ ਨੂੰ ਸਹਾਇਤਾ ਕਰਦਾ ਹੈ। ਝੂਠਾ ਇਲਜ਼ਾਮ ਉਹਦੇ ਸਿਰ ਉੱਪਰ ਲਾਇਆ ਕਿ ਚੋਰਾਂ ਨੂੰ ਪਨਾਹ ਦਿੰਦਾ ਹੈ, ਸਹਾਇਤਾ ਕਰਦਾ, ਆਪਣੇ ਕੋਲ ਡਾਕੂ ਰੱਖੇ ਨੇ। ਸਮੇਂ ਦੀਆਂ ਸਰਕਾਰਾਂ ਅਜਿਹਾ ਕੁਛ ਕਰਦੀਆਂ ਰਹੀਆਂ, ਅੱਜ ਵੀ ਕਰਦੀਆਂ ਹਨ। ਸੋ ਭਗਤ ਨਰੰਜਨੀਏ ਯੋ ਫਿਰ ਕਹੀ ਕੂਲੋ ਪਿੰਡ ਇੱਕ ਮਾਝੇ ਆਹੀ, ਕਿ ਮਾਝੇ ਦੀ ਧਰਤੀ ਤੇ ਇੱਕ ਕੂਲਾ ਪਿੰਡ ਹੈ। ਤਾਰੂ ਸਿੰਘ ਤੈ ਖੇਤੀ ਕਰੇ ਸਾਥ ਪਿੰਡ ਵਿੱਚ ਹਾਲਾ ਭਰੇ। ਤਾਰੂ ਸਿੰਘ ਨਾਮ ਦਾ ਇੱਕ ਨੌਜਵਾਨ ਹੈ, ਉੱਥੇ ਖੇਤੀਬਾੜੀ ਕਰਦਾ ਹੈ। ਅੱਜ ਵੀ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਭਾਈ ਤਾਰੂ ਸਿੰਘ ਦੀ ਜ਼ਮੀਨ ਵਿੱਚ ਬਣਿਆ ਹੈ। ਬਾਰ-ਬਾਰ ਖੇਤਾਂ ਵਿੱਚ ਉਹ ਸਥਾਨ ਹੈ ਜਿੱਥੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ। ਸਾਤ ਪਿੰਡ ਵਿੱਚ ਹਾਲਾ ਭਰੇ, ਸਰਕਾਰ ਨੂੰ ਟੈਕਸ ਵੀ ਦਿੰਦਾ ਹੈ। ਦੇ ਹਾਕਮ ਕਿਛ ਥੋੜਾ ਖਾਵੇ, ਬਚੇ ਸਿੰਘਨ ਕੇ ਪਾਸ ਪਹੁੰਚਾਵੇ। ਬਾਦਸ਼ਾਹ ਸਮੇਂ ਦੀ ਹਕੂਮਤ ਨੂੰ ਉਹ ਟੈਕਸ ਵੀ ਅਦਾ ਕਰਦਾ ਹੈ, ਪਰ ਜੋ ਕੁਛ ਬਚਦਾ ਹੈ ਉਹ ਸਿੰਘਾਂ ਦੇ ਖਾਲਸੇ ਦੇ ਪਾਸ ਪਹੁੰਚਾ ਦਿੰਦਾ ਹੈ। ਕੁਸ ਤੇ ਭੈਣ ਅਰਮਾਈ, ਪੀਸ ਕੂਟ ਵੈ ਕਰੇ ਕਮਾਈ। ਉਹ ਪੀ ਕੇ ਕੁੱਟ ਕਰਕੇ ਕਿਰਤ ਕਰਕੇ ਹੱਥੀਂ ਆਪਣੀ ਕਮਾਈ ਕਰਦੀ। ਇੱਕ ਭੈਣ ਹੈ ਵਿਧਵਾ, ਇੱਕ ਉਹਦੀ ਮਾਂ ਹੈ। ਭੈਣ ਦਾ ਨਾਮ ਸੀ ਬੀਬੀ ਤਾਰੋ। ਪਤੀ ਚੜ੍ਹਾਈ ਕਰ ਗਿਆ, ਉਹਲੇ ਪਿੰਡ ਹੀ ਵਿੱਚ ਰਹਿੰਦੀ ਸੀ। ਆਪ ਖਾਵੇ ਵੈ ਰੁੱਖੀ ਮਿੱਸੀ, ਮੋਟਾ ਪੈਰ ਆਪ ਰਹਿ ਲਿੱਸੀ। ਆਪ ਰੁੱਖਾ ਮਿੱਸਾ ਖਾਂਦੇ ਹਨ। ਜਿਹੋ ਜਿਹਾ ਮਾੜਾ ਚੰਗਾ ਕੱਪੜਾ ਮਿਲ ਗਿਆ ਪਾ ਲਿਆ, ਜੋ ਬਚੇ ਸੋ ਸਿੰਘਨ ਦੇਵੇ। ਕੋਈ ਫਿਰ ਸਿੰਘਨ ਔਰ ਨਾ ਸੇਵੇ। ਜੋ ਕੁਛ ਬਚਦਾ ਸਿੰਘਾਂ ਨੂੰ ਪਹੁੰਚਾ ਦਿੰਦੇ ਤੇ ਸਿੰਘਾਂ ਤੋਂ ਬਿਨਾਂ ਹੋਰ ਕਿਸੇ ਦੀ ਸੇਵਾ ਨਹੀਂ ਕਰਦੇ। ਇੱਥੋਂ ਤੱਕ ਧਰਮ ਵਿੱਚ ਇੰਨੇ ਪ੍ਰਪੱਕ ਨੇ, ਬਾਗ ਸਲਾਤ ਸੁਨ ਮੁੰਦੇ ਕਾਨ, ਰੋਟ ਸ਼ੀਰਨੀ ਪੀਰ ਨ ਖਾਨ। ਅੱਜ ਤਾਂ ਸਾਨੂੰ ਕਿਤੇ ਪਕਵਾਨ ਦਿਸੇ ਸਹੀ, ਇਹ ਨਹੀਂ ਲਿਖਣਾ ਕਿ ਲੰਗਰ ਕਿਹਦਾ ਲੱਗਾ, ਦਵਾ ਦਵ ਛਕ ਲਓ। ਪਰ ਭਾਈ ਤਾਰੂ ਸਿੰਘ ਦਾ ਜੀਵਨ ਕਿਹੋ ਜਿਹਾ ਲਿਖਿਆ ਇਤਿਹਾਸ ਵਿੱਚ। ਬਾਗਾਂ ਸੁਣ ਕੇ ਉਹ ਕੰਨ ਬੰਦ ਕਰ ਲੈਂਦਾ ਹੈ, ਕਿਸੇ ਹੋਰ ਦੀ ਆਵਾਜ਼ ਨਹੀਂ ਕੰਨੇ 'ਚ ਪੈਣ ਦਿੰਦਾ। ਨੂੰ ਗੁਰੂ ਦੇ ਉਪਦੇਸ਼ ਦਾ ਪਤਾ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ। ਸਾਖਤ ਕੀਤ ਨਾਦ ਧੁਨ ਬੋਲਤ ਬੋਲ ਅਜਾਏ। ਰੋਟ ਤੇ ਸ਼ੀਰਨੀ ਇਹ ਪੀਰਾਂ ਫਕੀਰਾਂ ਵਾਸਤੇ ਮੁਸਲਮਾਨ ਲੋਕ ਸਖੀ ਸਰਵਰ ਜਿਹੜੇ ਮੰਨਣ ਵਾਲੇ ਉਹ ਕਰਦੇ ਸਨ। ਵੀਰਵਾਰ ਵਾਲੇ ਦਿਨ ਰੋਟ ਪਕਾ ਕੇ ਭਰਾਈ ਨੂੰ ਸੱਦ ਕੇ ਦਰੂਦ ਪੜ੍ਹਾਉਣੇ, ਫਿਰ ਉਹ ਖਾਣਾ, ਪੀਰਾਂ ਦੀ ਸ਼ੀਰਨੀ ਦੇਣੀ, ਮਠਿਆਈ, ਖੀਰ ਤੇ ਆਦਿ।
पर भाई तारू सिंह ये प्रसाद नहीं लेंदा, ना वो किसी को मनदा है, ना वो किसी का प्रसाद लेंदा। पंज प्यारे भी मना करते कि भाई कितों प्रसाद लैके नहीं खाना। इसे तरह ही गंगा जमुना निकट ना जावे, अपने गुरु की छपड़ी नहावे। ना कदी वो गंगा गया, ना कदी जमुना, अपने गुरु की छपड़ी गुरु रामदास के सरोवर ने छपड़ी किया। भगत निरंजनीय दुष्ट ने ਇਹਦੇ ਉੱਥੇ ਇਸ਼ਨਾਨ ਕਰਦਾ ਹੈ। जगन्नाथ को टुंडा आखे, राम कृष्ण को जाप न भाखै। जगन्नाथ ਨੂੰ ਟੁੰਡਾ ਕਹਿੰਦਾ ਤੇ ਨਾ ਸ਼੍ਰੀ ਕ੍ਰਿਸ਼ਨ ਤੇ ਨਾ ਸ਼੍ਰੀ ਰਾਮਚੰਦਰ ਦਾ ਜਾਪ ਜਪਦਾ। ਇੱਕ ਅਕਾਲ ਪੁਰਖ ਦਾ ਪੁਜਾਰੀ ਗੁਰੂ ਕਲਗੀਧਰ ਦਾ ਸਿੰਘ ਹੈ। ਬਸ ਆ ਇਸ ਤਰੀਕੇ ਨਾਲ ਜੀਵਨ ਬਤੀਤ ਕਰ ਲੈਣਾ। ਉਸੇ ਸਮੇਂ ਹੀ ਜ਼ਕਰੀਆ ਖਾਨ ਨੇ ਆਪਣੇ ਸਿਪਾਹੀ ਭੇਜੇ, ਪੁੱਲੇ ਪਿੰਡ ਵਿੱਚ ਭਾਈ ਸਾਹਿਬ ਨੂੰ ਗ੍ਰਿਫਤਾਰ ਕੀਤਾ। ਬਾਹਰ ਖੇਤਾਂ ਵਿੱਚ ਕੰਮ ਕਰ ਰਹੇ ਹਲ ਵਾਹ ਰਹੇ ਸਨ। ਘਰੋਂ ਆ ਕੇ ਭੈਣ ਨੂੰ ਵੀ ਗ੍ਰਿਫਤਾਰ ਕੀਤਾ। ਪਿੰਡ ਦੀ ਸਾਥ 'ਚ ਲੈ ਕੇ ਪਹੁੰਚੇ। ਨਗਰ ਵਾਲਿਆਂ ਨੇ ਕੁਛ ਪੈਸੇ ਭਰ ਕੇ ਛਡਾਉਣਾ ਚਾਹਿਆ। ਭੈਣ ਨੂੰ ਤਾਂ ਛਡਾ ਲਿਆ, ਪਰ ਭਾਈ ਸਾਹਿਬ ਨੇ ਮਨਾ ਕਰ ਦਿੱਤਾ। ਪੁੱਲੇ ਪਿੰਡ ਤੋਂ ਤੁਰਨ ਲੱਗਿਆ ਭਾਈ ਤਾਰੂ ਸਿੰਘ ਦੀ ਮਾਤਾ ਨੇ ਇੱਕ ਗੱਲ ਕਹੀ ਸੀ ਕਿ ਪੁੱਤਰਾ, ਤੂੰ ਮੇਰਾ ਦੁੱਧ ਪੀਤਾ ਹੈ, ਦੁੱਧ ਚੁੰਗਿਆ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਦਾਤ ਅੰਮ੍ਰਿਤ ਤੇਰੇ ਮੁਖ ਰਾਹੀਂ ਤੇਰੇ ਹਿਰਦੇ ਵਿੱਚ ਗਿਆ। ਪਾਵਨ ਅੰਮ੍ਰਿਤ ਕੇਸਾਂ 'ਚ ਪਿਆ, ਵੇਖੀ ਕਿਤੇ ਕੇਸ ਨਾ ਕਤਲ ਕਰਵਾਈ। ਜ਼ਾਲਮਾਂ ਦੇ ਜ਼ੁਲਮਾਂ ਤੋਂ ਅੱਕ ਕਰਕੇ ਕਿਤੇ ਸਿੱਖੀ ਨੂੰ ਦਾਗ ਨਾ ਲਾ। ਇਹ ਮਾਂ ਨੇ ਫਰਿਆਦ ਕੀਤੀ ਸੀ ਜਦੋਂ ਪੁੱਲੇ ਪਿੰਡ ਤੋਂ ਸਿਪਾਹੀ ਲੈ ਕੇ ਤੁਰਨ ਲੱਗੇ। ਭਾਈ ਤਾਰੂ ਸਿੰਘ ਨੇ ਕਿਹਾ ਸੀ ਕਿ ਮਾਤਾ, ਭਰੋਸਾ ਰੱਖ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ੀ ਸਿੱਖੀ ਇਸ ਸਵਾਸਾਂ ਨਾਲ ਮਿਲੇਗੀ। ਲਾਹੌਰ ਲਿਜਾਇਆ ਗਿਆ। ਕੁਝ ਸਮਾਂ ਗ੍ਰਿਫਤਾਰ ਰੱਖ ਕਰਕੇ ਤਸੀਹੇ ਦਿੱਤੇ, ਚਰਖੜੀ ਤੇ ਵਿਚਾੜੇ ਗਏ। फिर केस कतल करने का हुक्म होया, पर महाराज अगे अरदास बेनती की, केस कटे न गए। अखीर मोची मंगवा करके खोपर उतराउण का हुक्म कर दिता गया। भाई साहब की खोपरी लवा करके 21 दिन तक गुरु की बाणी का जाप करते जिउंदे रहे। और जिस समय जालमा ने जुल्म खा पाया, उस समय ही दुष्ट जगरिया खान को पेशाब का बन पै गया। बड़ा दुखी सी। भाई शबेग सिंह कोतवाल को सद्या ते होर भी पीर फकीर सदे, कहन लगे तू किसी संत को दुखी किया, किसी रब के प्यारे को ताया है, दुखी किया, जिस करके तेरे ते कष्ट आया है। ते पता तो सी कि भाई तारू सिंह के नाल ऐसा कहर कमाया। शबेग सिंह जी को जो सद के पूछा गया, कहने लगे भाई साहब को पुछ दे। भाई तारू सिंह को पूछा गया, कहने लगे श्री अकाल तख्त साहब जाओ, मेरे तो गल लग चुकी, हम पंथ फैसला करेगा। भाई शबेग सिंह जी लाहौरों चलिया, श्री अकाल तख्त साहब विखे पहुंचा। पंथ इकट्ठा होया। पूछया कि भाई तारू सिंह का की हाल। भाई शबेग सिंह भावें सरकारी नौकर सी, पर खालसा पंथ का बड़ा भरोसेयोग श्रद्धा वाला गुरु का सिख सी। नौकरी उसका पेशा सी, सिखी कमाउणी उसका धर्म सी। सारी विद्या सुनाई कि भाई साहब ने बचन कहे ने, तो सिंघा कह दिता कि भाई तारू सिंह का बचन अटल है। जो न क्या है कि इस दुष्ट को छित्र के ला के लैके जावांगे नरकां नूं, वो वचन सच होवेगा। ते भाई तारू सिंह का जोड़ा छित्र के सिर च मारिया जावे ते फिर ठीक हो सकता है। पंथ ने अकाल तख्त साहब तो फैसला सुनाया। जा करके भाई शबेग सिंह ने सनेहा दिता ते जकरिया खान जिहड़ा पीर दर्द मर रहा सी, कह लगा छेती वो जोड़ा लैके आओ। भाई तारू सिंह का जोड़ा मंगवाया गया और जिवें सिर च मारिया थोड़ा थोड़ा बल खुला, दर्द घटी। कह लगा जोर नाल मारो। 21 दिन छित्रा की मार खांदा। 22वें दिन दुष्ट जकरिया खान नरकां नूं तुर गया। भाई साहब जी को पता लगा। भाई साहब जी जपजी साहब के पाठ करते रहे और अज के दिन उस महान पवित्र आत्मा ने शहीदी प्राप्त की।
ਪੱਟੀ ਨਗਰ ਦਾ ਰਹਿਣ ਵਾਲਾ ਰਹੀਮ ਬਖਸ਼ ਵਾਸ਼ੀ ਇੱਕ ਮੁਸਲਮਾਨ ਜਿਹਦੀ ਨੌਜਵਾਨ ਧੀ ਪੱਟੀ ਦੇ ਜਾਫਰ ਬੇਗ ਜ਼ਾਲਮ ਨੇ ਆਪਣੇ ਮਹਿਲੀ ਪਾ ਲਈ ਘਰੋਂ ਉਠਾ ਕਰਕੇ ਉਹਦੇ ਪਾਸ ਹੋ ਜਾ ਕੇ ਰੋਇਆ ਫਰਿਆਦੀ ਹੋਇਆ ਪਰ ਸੁਣਵਾਈ ਨਾ ਹੋਈ। ਲਾਹੌਰ ਪਹੁੰਚਿਆ, ਉੱਥੇ ਸੁਣਵਾਈ ਨਾ ਹੋਈ। ਦੇਖਦਾ ਢੈਂਦਾ ਜਦੋਂ ਲਾਹੌਰੋਂ ਪੱਟੀ ਨੂੰ ਆ ਰਿਹਾ ਸੀ, ਰਾਹ ਵਿੱਚ ਖੁੱਲਾ ਪਿੰਡ ਹੈ। ਰਾਤ ਕੱਟਣ ਵਾਸਤੇ ਕਿਸੇ ਕੋਲੋਂ ਥਾਂ ਪੁੱਛੀ ਉਹਨਾਂ ਦੱਸਿਆ ਕਿ ਭਾਈ ਤਾਰੂ ਸਿੰਘ ਦਾ ਡੇਰਾ ਇੱਥੇ ਹੈ। ਉਹ ਆਏ ਗਇਆਂ ਦੀ ਸੇਵਾ ਕਰਦਾ ਬਿਨਾਂ ਕਿਸੇ ਭੇਦ ਭਾਵ ਤੋਂ, ਬਿਨਾਂ ਕਿਸੇ ਦਾ ਧਰਮ ਵੇਖੇ ਤੋਂ। तो जा पहुंचा रहीम बख्श मासी जिसकी अखां च हंजू सन, चेहरा बड़ा उदास सी। भाई साहब ने रुखा मिसा प्रशादा के रखिया पर उसने मुंह ग्राही मुर्गी नहीं सी लंघ रही। भाई साहब ने पूछा कारण, कहने लगा लाहौर तो आया, मेरी धी सलमा पट्टी दे जालम जाफर बेग ने जबरदस्ती चुक ली है। भाई तारू सिंह कहने लगे कि बजुर्गा तू हौसला रख, तेरी धी तेन वापस दवाई जाएगी। रात जो थोड़ा जहा हनेरा होया, भाई साहब जी प्रशादे लैके सिंघां दे पास पहुंचे, सारी विथ्या सुनाई। खालसे ने कह दिता कि प्रशादा बाद छकांगे, पहला उस बच्ची की इज्जत बचाई जाए। रहीम बख्श माशी नूं नाल लै करके भाई तारू सिंह सिंघां दे समेत जा पहुंचे पट्टी। और एक मुसलमान की लड़की एक मुसलमान जालम के पंजे विचों छुड़ाई। ये भाई तारू सिंह का परोपकार कि बिना किसी का धर्म जात पात वेखे तो परोपकार करना, जो कलगीधर पातशाह महाराज जी ने सिखी के विरसे विच दात बख्शिश की सी। भाई तारू सिंह का धर्म सी। जकरिया खान ने कह दिता सी कि है धर्म सूबिया, दर आया की सेवा करनी पैंदी है। सिंघां दा है धर्म सूबिया कि जेड़ा भी सवाली गरीब जरूम दर ते चल के आवे, उसकी बांह फड़नी सिख दा सिंह दा पहला फर्ज है। भाई साहब के सिर उपर यह भी इल्जाम लाया गया, जालम बेग को सौदा लाया गुरु के सिखा ने। सो यही इल्जाम ला के एक मुसलमान की धी एक मुसलमान जालम के कब्जे के विचों छुड़ाउणी। भाई तारू सिंह के उपर इल्जाम लाया कि इन्होंने इस तरह जालम जाफर बेग को क्यों मरवाया, गरीब की मदद क्यों की है। सो झूठा इल्जाम ला करके कि कीर्ति ते पंजनीक सिख 22 साल की उम्र के नौजवान भाई तारू सिंह जिन्होंने असह ते कहे कष्ट दे करके अज के दिन शहीद किया, शहीदी उन्होंने पाई। सन 1745 विक्रमी संमत 1802 एक सौण वाले दिन उन्होंने शहीदी प्राप्त की। ऐसी महान पवित्र आत्मा जिन्होंने अपने केस कतल नहीं करवाए, सिखी केसा स्वासा नाल निभाई, अपनी मां नूं दिता होया वचन पूरा किया। उन्होंने कहा सी कि पुत्र तारू सिंह पर जवानी की उम्र सी जदों मैं विधवा हो गई, तेरी भैन का भार लाने वास्ते उसकी शादी की, वह भी साथ हो ना निभया, पति चढ़ाई कर गया। मैं बड़े दुख वेखे हैं पर सारे दुख जरे, सारा दुख मैं जर नहीं सकांगी कि कलगीधर पातशाह महाराज जी की बख्शी हुई सिखी साढ़े घरों जाए। सतगुरु पातशाह जी की दात केसा स्वासा ना निभाउणा, पिंड की सथ विच दिता होया वचन उन्हां पूरा कर दिया। अज के दिन महान कुर्बानी की, जिस करके अरदास जरूर याद करते हैं कि जिन्होंने खोपड़ियां लाउणियां, खोपड़ियां लाउण वालियां भाई तारू सिंह जी सब तो पहले मुख शहीद हैं। उन्होंने शहीदी सिखी प्रति दृढ़ता निष्ठा भावना ते सिद्ध भरोसे उन्होंने कुर्बानी कोटान कोटवारी नमस्कार है। ऐसी महान आत्मा जिन्होंने दस दिता कि सिखी कितनी महान है। सिख खोपड़ी लवा सकता पर केस नहीं कटवा सकता। भाई रतन सिंह भंगू ने दर्दनाक वाकया भाई तारू सिंह ने परोपकार और घालना वाले जीवन का प्राचीन पंथ प्रकाश कई अध्यायों में जिक्र किया। सूरमियां के मर्दों का इतिहास कौम वास्ते प्रेरणा स्रोत होंदा है।
ਆਉਣ ਵਾਲੀਆਂ ਪੀੜ੍ਹੀਆਂ ਦੇ ਵਾਸਤੇ ਚਾਨਣ ਮੁਨਾਰੇ ਦਾ ਕੰਮ ਕਰਦਾ ਹੈ, ਜਿੱਥੋਂ ਫਿਰ ਸੇਧ ਪ੍ਰਾਪਤ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਆਪਣਾ ਮਾਰਗ ਦਰਸ਼ਨ ਕਰਦੀਆਂ। ਸ਼ਹੀਦਾਂ ਨੂੰ ਹਮੇਸ਼ਾ ਯਾਦ ਕਰਨਾ ਚਾਹੀਦਾ ਹੈ। ਜੋ ਲੜੀਵਾਰ ਪਾਵਨ ਬਾਣੀ ਦੀ ਕਥਾ ਰੋਜ਼ਾਨਾ ਚੱਲਦੀ ਹੈ, ਅੱਜ ਉਸ ਦੀ ਵਿਚਾਰ ਨਹੀਂ ਹੋ ਰਹੀ। ਸਾਉਣ ਦਾ ਮਹੀਨਾ ਹੋਣ ਕਰਕੇ ਹਰ ਸੰਗਰਾਂਦ ਤੇ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਬਾਣੀ 12 ਮਾਹ ਉਚਾਰ ਕੀਤੀ ਹੈ, ਹਰ ਸੰਗਰਾਂਦ ਦੇ ਦਿਹਾੜੇ ਦੀ ਉਸ ਪਾਵਨ ਬਾਣੀ ਦੀ ਵਿਚਾਰ ਕੀਤੀ ਜਾਂਦੀ ਹੈ। ਔਰ ਨਾਲ ਹੀ ਅੱਜ ਸੰਗਰਾਂਦ ਦਾ ਦਿਹਾੜਾ ਹੋਣ ਕਰਕੇ ਜੋ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਾਹਿਬਾਂ ਦੇ ਪਾਵਨ ਸ਼ਾਸਤਰ ਸੁਸ਼ੋਭਿਤ ਹਨ, ਜਿਨ੍ਹਾਂ ਦੇ ਆਪ ਸੰਗਤਾਂ ਨੂੰ ਦਰਸ਼ਨ ਦੀਦਾਰ ਕਰਵਾਏ ਜਾਣੇ ਹਨ ਕਥਾ ਦੀ ਸਮਾਪਤੀ ਤੋਂ ਉਪਰੰਤ। ਸੋ ਜਿਵੇਂ ਲੜੀਵਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗੁਰੂ ਕੇ ਸ਼ਬਦ ਦੀ ਵਿਚਾਰ ਸਾਡੀ ਝੋਲੀ ਚ ਪਾ ਰਹੇ ਨੇ। ਵਾਹਿਗੁਰੂ ਮੰਤਰ ਦਾ ਜਾਪ ਕਰਦਿਆਂ ਸਰਵਣ ਕਰੀਏ, ਸਾਰੇ ਜਪੀਏ ਵਾਹਿਗੁਰੂ 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 ਸਾਹਿਬ ਜੀ। ਸਾਵਣ ਸਰਸੀ ਕਮਣੀ ਚਰਨ ਕਮਲ ਸਿਉ ਪਿਆਰ। ਪੰਜਮ ਪਾਤਸ਼ਾਹ ਗੁਰਦੇਵ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਰਚਨਹਾਰ, ਬਾਣੀ ਦੇ ਗੋਹਿਤ, ਧੰਨ 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 ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ। ਮਾਝ ਰਾਗ ਦੇ ਅੰਦਰ ਇਹ ਪਾਵਨ ਬਾਣੀ ਉਚਾਰਨ ਕੀਤੀ ਹੈ। ਜੋ ਸਾਵਣ ਦਾ ਮਹੀਨਾ ਅੱਜ ਪ੍ਰਾਰੰਭ ਹੋਇਆ ਹੈ, ਸੋ ਸਾਵਣ ਦੇ ਮਹੀਨੇ ਨੂੰ ਮੁੱਖ ਰੱਖ ਕਰਕੇ ਸਤਿਗੁਰੂ ਪਾਤਸ਼ਾਹ ਨੇ ਪਾਵਨ ਇਹ ਬਾਣੀ ਉਪਦੇਸ਼ ਉਚਾਰਿਆ ਹੈ। ਸਾਉਣ ਦਾ ਮਹੀਨਾ ਜੋ ਦੇਸੀ ਸਾਲ ਦਾ 5ਵਾਂ ਮਹੀਨਾ ਹੈ। 12 ਬੰਦ ਹਨ ਇਸ ਪਾਵਨ ਬਾਣੀ ਦੇ। ਸੋ ਜੋ 12 ਸੰਗਰਾਂਦਾਂ ਨੂੰ ਸੁਬੋਧਿਤ ਹੋ ਕੇ ਉਚਾਰਨ ਕੀਤੇ, ਔਰ ਇਸ ਤੋਂ ਇਲਾਵਾ 2 ਬੰਦ ਹਨ, ਇੱਕ ਪਹਿਲਾ ਬੰਦ ਔਰ ਇੱਕ ਅੰਤਲਾ ਬੰਦ, ਜਿਨ੍ਹਾਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਜਪ ਦੀ ਪ੍ਰੇਰਨਾ ਕਰਦਿਆਂ ਨਾਮ ਨਾਲ ਜੁੜਨ ਦੀ ਪ੍ਰੇਰਨਾ ਕੀਤੀ ਹੈ। ਔਰ ਜੋ ਮਨੁੱਖ ਦੇ ਕੀਤੇ ਹੋਏ ਕਰਮ ਮਨੁੱਖ ਨੂੰ ਭਟਕਾਉਂਦੇ ਹਨ, ਉਹਨਾਂ ਦੇ ਬੁਰੇ ਪ੍ਰਭਾਵ ਤੋਂ ਬਚਣ ਦੀ ਮਾਲਕ ਦੇ ਚਰਨ ਚ ਅਰਦਾਸ ਬੇਨਤੀ ਕੀਤੀ ਹੈ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਨਾ। ਸੋ ਸਾਹਿਬ ਜੀ ਸਾਉਣ ਮਹੀਨੇ ਦੁਆਰਾ ਫਰਮਾ ਰਹੇ ਨੇ ਸਾਵਣ ਸਰਸੀ। ਸਾਵਣ ਦਾ ਭਾਵ ਸਾਉਣ ਦਾ ਮਹੀਨਾ। ਨਾਲੇ ਸਿਆਰੀ ਹੈ ਜਿਸ ਦਾ ਭਾਵ ਹੈ ਵਿੱਚ। ਸਾਉਣ ਦੇ ਮਹੀਨੇ ਦੇ ਵਿੱਚ, ਸਾਉਣ ਦੇ ਮਹੀਨੇ ਦੇ ਅੰਦਰ ਸਰਸੀ ਸਾਰ ਰਸੀ। ਸਾਰ ਸਹਿਤ, ਰਸੀ ਰਸ ਦੇ ਸਹਿਤ, ਆਨੰਦ ਦੇ ਸਹਿਤ, ਖੇੜੇ ਦੇ ਸਹਿਤ, ਪ੍ਰਸੰਨਤਾ ਦੇ ਸਹਿਤ। ਕਾਮਣੀ ਦਾ ਅਰਥ ਹੈ ਇਸਤਰੀ। ਉਹ ਗੁਰਮੁਖ ਜੀਵ ਰੂਪ ਇਸਤਰੀ ਕਾਮਣੀ ਸਾਰ ਰਸ ਦੇ ਸਹਿਤ, ਸਰਸੀ ਰਸ ਦੇ ਨਾਲ ਭਰਪੂਰ ਹੋ ਜਾਂਦੀ। ਆਤਮਾ ਰਸ, ਬ੍ਰਹਮਾਨੰਦ, ਨਾਮ ਦਾ ਰਸ। ਸਾਉਣ ਦੇ ਮਹੀਨੇ ਦੁਆਰਾ ਸਾਹਿਬ ਕਹਿੰਦੇ ਉਹਦਾ ਜੀਵਨ ਰਸ ਨਾਲ ਸੰਸਾਰ ਭਰਪੂਰ ਹੋ ਜਾਂਦਾ ਹੈ। ਕਿਹਦਾ? ਚਰਨ ਕਮਲ ਸਿਉ ਪਿਆਰ। ਜਿਸ ਗੁਰਮੁਖ ਜੀਵ ਰੂਪ ਇਸਤਰੀ ਦਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨ ਕਮਲ ਸਿਉ ਦਾ ਅਰਥ ਹੈ ਨਾਲ, ਪਿਆਰ ਦਾ ਅਰਥ ਹੈ ਪ੍ਰੀਤ, ਪ੍ਰੇਮ, ਸਨੇਹ, ਮੁਹੱਬਤ। ਮਾਲਕ ਦੇ ਚਰਨਾਂ ਨਾਲ ਹੈ, ਕਿਉਂਕਿ ਹੋਰ ਵੀ ਕਈ ਤਰ੍ਹਾਂ ਦਾ ਪਿਆਰ ਹੈ। ਦੂਜੇ ਪਿਆਰ ਦਾ ਵੀ ਜ਼ਿਕਰ ਇੱਥੇ ਕੀਤਾ ਹੈ, ਵਿਖਿਆ ਦਾ ਪਿਆਰ ਵੀ ਜ਼ਿਕਰ ਕੀਤਾ ਹੈ। ਪਰ ਅਕਾਲ ਪੁਰਖ ਜੀ ਦੇ ਚਰਨ ਕਮਲਾਂ ਦਾ ਪਿਆਰ, ਨਾਮ ਰੂਪੀ ਚਰਨਾਂ ਦਾ ਪਿਆਰ,
ਪ੍ਰਤੱਖ ਚਰਨਾਂ ਦਾ ਸਰਗੁਣ ਸਰੂਪ ਵਿੱਚ ਗੁਰੂ ਸਾਹਿਬ ਦੇ ਚਰਨਾਂ ਦਾ ਪਿਆਰ ਪ੍ਰੇਮ ਔਰ ਨਿਰਗੁਣ ਸਰੂਪ ਵਿੱਚ ਨਾਮ ਰੂਪੀ ਚਰਨਾਂ ਦਾ ਪਿਆਰ, ਜਿਨ੍ਹਾਂ ਗੁਰਮੁਖਾਂ ਦਾ ਮਾਲਕ ਦੇ ਚਰਨਾਂ ਨਾਲ ਪਿਆਰ ਹੈ। ਇਹ ਉਹ ਵੀ ਪਿਆਰ ਹੈ ਜਿਸ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਬਾਣੀ ਝੂਠਾ, ਨਿਕੰਮਾ, ਨਾਸ਼ਵੰਤ ਤੇ ਮਿਥਿਆ ਪਿਆਰ ਆਖਿਆ ਹੈ। ਪਰ ਇਹ ਹੈ ਸੱਚਾ ਪਿਆਰ, ਜਿਸ ਬਾਰੇ ਕਲਗੀਧਰ ਪਾਤਸ਼ਾਹ ਕਹਿੰਦੇ, ਸਾਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏ। ਜਿਨ੍ਹਾਂ ਦੇ ਮਨ 'ਚ ਪਿਆਰ, ਪ੍ਰੀਤ, ਮੁਹੱਬਤ ਤੇ ਸਨੇਹ ਹੈ, ਉਹ ਮਾਲਕ ਨੂੰ ਪ੍ਰਾਪਤ ਕਰ ਲੈਂਦੇ ਨੇ। ਸਾਹਿਬ ਕਹਿੰਦੇ ਉਹ ਸਾਉਣ ਦੇ ਮਹੀਨੇ ਵਿੱਚ ਸਰਸ਼ਾਰ ਹੁੰਦੇ ਨੇ। ਸਾਉਣ ਦੇ ਮਹੀਨੇ ਦਾ ਬਾਣੀ 'ਚ ਬੜਾ ਜ਼ਿਕਰ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਥਾਵਾਂ ਥਾਵਾਂ ਤੇ ਚਾਰ ਚੀਜ਼ਾਂ ਦਾ 2 ਵਾਰੀ ਜ਼ਿਕਰ ਕੀਤਾ ਹੈ। ਨਾਨਕ ਸਾਵਣ ਜੇ ਵਸੇ ਚਹੁ ਮਾਹਾ ਹੋਏ, ਨਾਗਾ ਮਿਰਗਾ ਮੱਛੀਆਂ ਰਸੀਆਂ ਘਰ ਤਨ ਹੋਏ। ਨਾਗਾਂ ਨੂੰ, ਸੱਪਾਂ ਨੂੰ ਬੜੀ ਖੁਸ਼ੀ ਹੁੰਦੀ ਹੈ, ਹਿਰਨਾਂ ਨੂੰ ਬੜੀ ਖੁਸ਼ੀ ਹੁੰਦੀ ਜੇਕਰ ਸਾਉਣ ਦਾ ਮਹੀਨਾ ਵਰਦਾ ਹੈ, ਬਰਸਾਤ ਹੁੰਦੀ ਹੈ। ਔਰ ਮੱਛੀਆਂ ਨੂੰ ਬੜੀ ਖੁਸ਼ੀ ਹੁੰਦੀ, ਪਾਣੀ ਵੱਧ ਜਾਂਦਾ ਤਲਾਵਾਂ ਸਰੋਵਰਾਂ ਦੇ ਵਿੱਚ। ਰਸੀਆਂ ਜਿਨ੍ਹਾਂ ਕੋਲ ਪੈਸੇ ਚਾਰ ਨੇ, ਰਸ ਲੈਣ ਵਾਲੇ, ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ, ਰਸ ਮਾਣਦੇ ਹਨ। ਪਰ ਦੂਜੇ ਪਾਸੇ ਨਾਨਕ ਸਾਵਣ ਜੇ ਵਸੇ ਚਹੁ ਵਿਛੋੜਾ ਹੋਏ। ਵਿਛੋੜਾ ਭਾਵ ਉਹਨਾਂ ਨੂੰ ਦੁੱਖ ਹੁੰਦਾ ਹੈ। ਗਾਈ ਪੁੱਤਾਂ ਨਿਰਤਨਾ ਪੰਥੀ ਚਾਕਰ ਹੋਏ। ਗਾਵਾਂ ਦੇ ਪੁੱਤ ਬਲਦ ਕੱਢ ਲੈ ਜਾਂਦੇ ਸੀ ਕਿ ਚਲੋ ਹੁਣ ਬਰਸਾਤ ਹੋਈ ਹੈ, ਫਸਲ ਬੀਜਣੀ ਹੈ, ਕਿਉਂਕਿ ਪੁਰਾਣੇ ਸਮੇਂ 'ਚ ਬਰਸਾਤਾਂ ਤੇ ਹੀ ਫਸਲ ਨਿਰਭਰ ਸੀ। ਹਾੜੀ ਦੀ ਫਸਲ ਬਰਸਾਤ ਤੇ ਹੀ, ਹਾੜੀ ਸੌਣੀ ਖਾਸ ਕਰਕੇ। ਇਸ ਵਾਸਤੇ ਗਾਵਾਂ ਦੇ ਪੁੱਤਾਂ ਬਲਦਾਂ ਨੂੰ ਮਾਵਾਂ ਨਾਲੋਂ ਛੋੜ ਦਿੱਤਾ ਜਾਂਦਾ ਸੀ। ਉਹਨਾਂ ਵਾਸਤੇ ਵੀ ਮਿਹਨਤ ਕਰਨੀ ਪੈਂਦੀ ਸੀ, ਦੁਖਦਾਈ ਸਾਉਣ ਦਾ ਮਹੀਨਾ। ਔਰ ਨਿਰਤਨਾ ਜਿਨ੍ਹਾਂ ਕੋਲ ਪੈਸੇ ਨਹੀਂ, ਚਾਰ ਜਿਨ੍ਹਾਂ ਦਿਹਾੜੀ ਕਰਕੇ ਕੁਛ ਛਕਣਾ ਸ਼ਾਮਾਂ ਨੂੰ, ਉਹਨਾਂ ਵਾਸਤੇ ਵੀ ਔਖਾ। ਪੰਥੀ ਜਿਨ੍ਹਾਂ ਰਾਹ ਖੇੜੇ ਤੁਰਨਾ ਹੈ, ਪੈਦਲ ਪੁਰਾਣੇ ਸਮੇਂ ਸਫ਼ਰ ਕਰਦੇ ਸਨ, ਪਾਣੀ ਭਰ ਜਾਂਦੇ ਸੀ, ਚਲੇ ਭਰ ਜਾਂਦੇ ਸਨ, ਉਹਨਾਂ ਵਾਸਤੇ ਵੀ ਔਖਾ। ਚਾਕਰ ਨੌਕਰਾਂ ਵਾਸਤੇ ਵੀ ਜਿਨ੍ਹਾਂ ਨੌਕਰੀ ਪੇਸ਼ੇ ਤੇ ਜਾਣਾ ਔਖਾ ਹੈ। ਸੋ ਸਾਉਣ ਦਾ ਮਹੀਨਾ ਚੌਹਾਂ ਵਾਸਤੇ ਤਾਂ ਬੜਾ ਉਮਾਦ ਉਤਸ਼ਾਹ ਪੈਦਾ ਕਰਦਾ ਹੈ, ਚੌਹਾਂ ਵਾਸਤੇ ਦੁਖਦਾਈ ਹੈ। ਸੋ ਪਾਵਨ ਬਾਣੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਸਾਹਮਣੇ ਆਇਆ ਹੈ ਸਖੀ ਕੰਤੇ ਚਿਤ ਧਰੇ ਹੋ, ਨਾਨਕ ਝੂਰ ਪਰੇ ਦੁਹਾਗਰੀ, ਜਿਨੀ ਅਬਰੀ ਲੱਗਾ ਦੇਹ ਲਾਗਾ ਦੇਹੋ। ਉਹ ਜੀਵ ਇਸਤਰੀਆਂ ਝੂਰ ਕੇ ਮਰਦੀਆਂ ਨੇ ਸਾਉਣ ਦੇ ਮਹੀਨੇ ਦੁਆਰਾ। ਸਾਹਿਬ ਕਹਿੰਦੇ ਜਿਨ੍ਹਾਂ ਦਾ ਪ੍ਰੇਮ ਮਾਰਗ ਤੇ ਉਹ ਬਿਨਾਂ ਕਿਸੇ ਹੋਰ ਦੂਜੇ ਨਾਲ ਲੱਗ ਜਾਂਦਾ ਹੈ। हे ਭੈਣ ਸਾਹਮਣੇ ਆਇਆ, हे ਸਖੀ, हे ਬੀਬਾ, ਸਾਉਣ ਦਾ ਮਹੀਨਾ ਆ ਗਿਆ। ਕੀ ਕਰ? ਕੰਦੇ ਚਿੱਤ ਧਰਿਓ, ਮਾਲਕ ਨਾਲ ਆਪਣਾ ਚਿੱਤ ਲਾਉਣਾ ਕਰ, ਮਾਲਕ ਦਾ ਸਿਮਰਨ ਕਰ, ਉਹਦੀ ਬੰਦਗੀ ਕਰ। ਜੇਕਰ ਸਾਉਣ ਦੇ ਮਹੀਨੇ ਦੇ ਵਿੱਚ ਮਾਲਕ ਖਸਮ ਸਾਈਂ ਨੂੰ ਛੱਡ ਕੇ ਉਹਨਾਂ ਨਾਲ ਪ੍ਰੀਤ ਕਰੇਗੇ, ਫਿਰ ਝੂਰ ਕਰਕੇ ਮਰਨਾ ਪਵੇਗਾ। ਇਸ ਵਾਸਤੇ ਸਾਹਮਣੇ ਆਇਆ, हे ਸਖੀ ਜਲ ਹਰ ਬਰਸਨਹਾਰ, ਨਾਨਕ ਬਿਨਾ ਸੁਹਾਗਣੀ ਜਿਨ ਸਭ ਨਾਲ ਪਿਆ। ਉਹ ਸੁਹਾਗ ਭਾਗ ਵਾਲੀਆਂ ਜਿਨ੍ਹਾਂ ਦਾ ਮਾਲਕ ਨਾਲ ਸ਼ੌਹ ਨਾਲ ਪਿਆਰ ਹੈ। ਸਾਉਣ ਦਾ ਮਹੀਨਾ ਉਹਨਾਂ ਵਾਸਤੇ ਬੜਾ ਸੁਖਦਾਈ ਹੈ। ਤੇ ਗੁਰੂ ਨਾਨਕ ਦੇ ਪਾਤਸ਼ਾਹ ਦਾ ਪਾਵਨ ਬਚਨ 12 ਮਾਹ ਬਾਣੀ ਜੋ ਤਖਾਰੀ ਰਾਗ ਵਿੱਚ ਹੈ। ਸਾਵਣ ਸਰਸ ਮਨਾ ਘਰ ਵਰਸੇ ਰੋਤੇ ਆਏ। ਸਾਉਣ ਦਾ ਮਹੀਨਾ ਆ ਗਿਆ ਹੈ ਮਨਾ, ਤੂੰ ਵੀ ਰਸ ਦੇ ਸਹਿਤ ਹੋ ਜਾ। ਘਨ ਬੱਦਲ ਆ ਗਏ ਨੇ, ਵਰਸ ਰਹੇ ਨੇ। ਸੋ ਇਸ ਵਾਸਤੇ ਤੂੰ ਵੀ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਨਾਮ ਬਾਣੀ ਦੀ ਵਰਖਾ ਵਿੱਚ ਆਪਣੇ ਮਨ ਨੂੰ ਸਰਸ਼ਾਰ ਕਰਨਾ, ਭਿਓ ਰਹਿਣਾ। ਸੋ ਸਾਉਣ ਦਾ ਮਹੀਨਾ, ਜਿੱਥੇ ਜੇਠ ਦੇ ਹਾੜ ਦੇ ਮਹੀਨੇ ਬੜੇ ਤਪਦੇ, ਸਾਉਣ ਦੇ ਮਹੀਨੇ 'ਚ ਬਰਸਾਤਾਂ ਹੋਣ ਕਰਕੇ ਪੰਜਾਬ ਦੀਆਂ ਰੁੱਤਾਂ ਦੇ ਅਨੁਸਾਰ ਬੜਾ ਸੁਖਦਾਈ ਮੰਨਿਆ ਹੈ। 6 ਰੁੱਤਾਂ ਦਾ ਬਾਣੀ 'ਚ ਜ਼ਿਕਰ ਹੈ। ਰੁੱਤ ਬਰਸ ਸਹੇਲੀਆ, ਸਾਵਣ ਭਾਦਵੇ ਆਨੰਦ ਜੀਓ। ਸਾਉਣ ਤੇ ਭਾਦਰੋਂ ਦਾ ਮਹੀਨਾ ਜੋ ਬਰਸਾਤ ਦੇ ਮਹੀਨੇ, ਬਰਸਾਤਾਂ ਹੋਣ ਕਰਕੇ ਆਨੰਦ ਪੈਦਾ ਕਰਦੇ ਹਨ। ਇਸੇ ਤਰ੍ਹਾਂ ਹੀ ਅੰਦਰ ਇਹ ਭਾਵ ਹੈ ਕਿ ਭਾਈ ਸਾਉਣ ਦਾ ਮਹੀਨਾ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਜਲ ਦੀ ਵਰਖਾ ਵਿੱਚ ਆਪਣੇ ਆਪ ਨੂੰ ਇਸ਼ਨਾਨ ਕਰੋ, ਭਿਓ ਦਾਣਾ ਕਰੋ।
ਜਿਸ ਕਰਕੇ ਵਿਸ਼ਿਆਂ ਦੀ ਤਪਸ਼ ਤੋਂ ਤੁਹਾਡਾ ਬਚਾਅ ਹੋ ਜਾਵੇ, ਵਿਸ਼ਿਆਂ ਦੀ ਪਿੱਤ ਤੁਹਾਨੂੰ ਸਤਾਵੇ ਨਾ। ਸੋ ਇਸ ਵਾਸਤੇ ਸਤਿਗੁਰੂ ਪਾਤਸ਼ਾਹ ਫਰਮਾ ਰਹੇ ਨੇ, ਉਹ ਗੁਰਮੁਖ ਜੀਵ ਰੂਪ ਇਸਤਰੀਆਂ ਸਾਉਣ ਦੇ ਮਹੀਨੇ ਵਿੱਚ ਚੰਗੀਆਂ ਸਰਸ਼ਾਰ ਰਸ ਨਾਲ ਭਰਪੂਰ ਹੋ ਜਾਂਦੀਆਂ ਨੇ, ਜਿਨ੍ਹਾਂ ਦਾ ਚਰਨ ਕਮਲ ਸਿਉ ਪਿਆਰ, ਮਾਲਕ ਦੇ ਚਰਨ ਕਮਲਾਂ ਨਾਲ ਪਿਆਰ ਬਣਿਆ ਹੈ। ਮਨ ਤਨ ਰਤਾ ਸਚ ਰੰਗ, ਇੱਕੋ ਨਾਮ ਆਧਾਰ। ਉਹਨਾਂ ਗੁਰਮੁਖ ਜੀਵ ਇਸਤਰੀਆਂ ਦਾ ਮਨ ਤੇ ਤਨ ਰਤਾ ਰੰਗਿਆ ਗਿਆ ਹੈ ਸੱਚ ਰੰਗ, ਸੱਚੇ ਵਾਹਿਗੁਰੂ ਜੀ ਦੇ ਨਾਮ ਦੇ ਰੰਗ ਵਿੱਚ। ਇੱਕ ਝੂਠਾ ਰੰਗ ਹੈ ਜਿਹਨੂੰ ਕਿਹਾ ਮਾਇਆ ਦਾ ਰੰਗ। माया का रंग सब फिक्का, जातो बिरस निदान, अखीर नाश होने वाला। एक सच्चा नाम का रंग है, जिस बारे बजना राम रंग कदे उतर न जाए, गुर पूरा जिसने बुझाए। सच्चा रंग चढ़िया ना भाई तारू सिंह जी कोपर का लै गया और रंग नहीं उतरिया। काया काफर चीर बो फारे, हर रंग न लहे सुभागा। ਇਹੋ ਜਿਹਾ ਉੱਤਮ ਸੋਹਣਾ ਰੰਗ ਚੜਿਆ ਭਾਗਾ ਵਾਲਿਆਂ ਨੂੰ। ਸਰੀਰ ਰੂਪੀ ਕੱਪੜਾ ਤਾਂ ਖੇਰੂ ਖੇਰੂ ਹੋ ਗਿਆ, ਫਟ ਗਿਆ, ਨੀਲੋ ਨੀਲ ਹੋ ਗਿਆ, ਪਰ ਨਾਮ ਦਾ ਰੰਗ ਹੋਰ ਪੱਕਾ ਹੋ ਗਿਆ। ਉਹ ਸੱਚਾ ਰੰਗ ਇੱਕੋ ਨਾਮ ਆਧਾਰ, ਕਿਉਂਕਿ ਉਹਨਾਂ ਇੱਕ ਨਾਮ ਦਾ ਆਸਰਾ ਹੈ। ਕਿਸੇ ਹੀ ਕੋਈ ਕੋਏ ਮੰਜਨ ਮਾਣੀ ਇੱਕ ਤੂੰ। ਆਨੰਦ ਸਾਹਿਬ ਦੇ ਵਿੱਚ ਅਸੀਂ ਰੋਜ਼ ਹੀ ਪੜ੍ਹਦੇ ਹਾਂ, साचा नाम मेरा आधार, साज नाम आधार मेरा। आधार का सुधा आसरा, कोट टेक दे सहारा। इको नाम आधार, जिन्होंने एक नाम का आसरा है, नाम की टेक है। सहब कहते मंत्र रता सच रंग, उन्हों का मन ते तन सच्चे परमात्मा दे वाहिगुरु दे नाम दे रंग विच रंगिया गया। विख्या रंग कुड़ाया, इसन सके विचार। वेख्या कहते ने माया नू, वेख्या कहते जहर नू। माया है जहर रूप है। वेख्या माया का रंग जेड़ा ना कुड़ाव्या दर्द है झूठा। कूड़ा दर्द झूठा, कुड़ाव्या झूठा है, बिरसन वाला है। दिसन सबे शार, जिन्हें भी माया के रंग दिसने ना तरह तरह के, ये दिसन दिसन वाले सबे सारे शार का सुआह रूप। ये राख विच मिल जाने वाले, सुआह विच रल जाने वाले, सुआह हो जाने वाले। क्योंकि झूठे रंगां की कोई होंद हस्ती नहीं होती, सच्चा रंग टिकदा है। इस वास्ते जिन्ने भी माया के झूठे रंग ने सारे गुरमुखां नूं दिसन लग पैंदे। सबे शार के सुआह रूप झूठे रंग ने वो सच्चे नाम के रंग नूं हासिल कर लैंदे। देखिया दा रंग झूठा रंग, माया का रंग उन्हां दे मन ते कोई प्रभाव नहीं पाउंदा। हरि अमृत बूंद सुहावनी, मिल साधु पीवण हार। हरि अकाल पुरख वाहिगुरु दे नाम अमृत दी जिहड़ी बूंद है ना, ये सुहावनी। जिवें सौण महीने च बूंदा पांदी होवे, बरखा होवे ते बड़ी सुहावनी लगदी, चंगी लगदी है। इसे तरह ही हिरदे दे विच नाम अमृत जाती बरखा जिहड़ी बड़ी शोभनीक है। प्राप्त कदों हुंदी फिर साधु, साधु सतगुरु नूं मिल करके पीवन हार, कोई पीण दे योग बनता है, पीवन वाला बनता है। क्योंकि नाम अमृत दी बूंद जिन्हें छक ली, फिर अमृत पिया। कदों पीता सतगुर दिया, गुरु ने बख्शिश कीता। फिर अवर न जाना दुआ दिया, हर अमृत नाम निधान है। मिल पीवो भाई, जिस सिमरत सुख पाई है, सब दिखा बुझाई। सो नाम अमृत दी बूंद सहज कहते बड़ी सुहावनी, शोभनीक, सुंदर है। मिल करके साधु सतगुरु गुरमुख जन पीण दे योग बन जाते हैं। वण तिण प्रभ संग मोलिया, समरथ पुरख अपार। वन कहते जंगलों नूं, तिण कहते घाह नूं। जदों बरसात होंदी सौण महीने विच सुके घरे घाह दरख्त भी हरे हो जाते। मौली धरती मौले आकाश, मन तन मौले आत्म प्रकाश। सो वन तिन जंगलों विच दरख्त बनस्पति हरी भरी हो गई। आसे पासे रावां खेड़ियां ते सारे किते घाह पैदा हो गया, हरिया हरिया घाह लह लह करदा। प्रभ संग मौलिया, प्रभु परमात्मा दे नाल होण करके मौलिया दरख्त इत्थे है खिड़ गया। भाव
ਐ ਹਰਿਆਵਲਤਾ ਵਿੱਚ ਆ ਗਿਆ, ਖਿੜਾਓ ਵਿੱਚ ਆ ਗਿਆ। ਸਾਰੀ ਧਰਤੀ ਬਨਸਪਤੀ ਦੇ ਵਿੱਚ ਨਵਾਂ ਖੇੜਾ ਆ ਗਿਆ, ਪ੍ਰਸੰਨਤਾ ਆ ਗਈ ਜਦੋਂ ਬਰਸਾਤ ਹੋਈ। ਇਸੇ ਤਰ੍ਹਾਂ ਹੀ ਸਾਹਿਬ ਕਹਿੰਦੇ ਨੇ ਕਿ ਮਨੁੱਖ ਦਾ ਜਿਹੜਾ ਵਨ ਤਿੰਨ ਹਿਰਦਾ ਰੂਪੀ ਜੰਗਲ ਹੈ, ਇਸੇ ਤਰ੍ਹਾਂ ਹੀ ਘਾਹ ਤਿਨਕੇ ਦੀ ਨਿਆਈ ਜਿਹੜੀਆਂ ਇੰਦਰੀਆਂ ਹਨ ਸਾਰੀਆਂ ਮਾਲਕ ਦੇ ਨਾਮ ਨਾਲ ਜੁੜ ਕਰਕੇ ਖੇੜੇ ਵਿੱਚ ਆ ਗਈਆਂ, ਹਰਿਆਵਲਤਾ ਚ ਆ ਗਈਆਂ, ਵਿਕਾਰਾਂ ਵਿੱਚ ਸੁੱਕਣ ਤੋਂ ਬਚ ਗਈਆਂ। ਸਮਰੱਥ ਪੁਰਖ ਅਪਾਰ ਜਿਹੜਾ ਸਰਬ ਕਲਾ ਸਮਰੱਥ ਅਕਾਲ ਪੁਰਖ ਵਾਹਿਗੁਰੂ ਪਾਰਾਵਾਰ ਤੋਂ ਰਹਿਤ ਸਰਬ ਵਿਆਪਕ ਹੈ, ਉਸ ਵਾਹਿਗੁਰੂ ਦੀ ਕਿਰਪਾ ਦੁਆਰਾ ਸਾਉਣ ਦਾ ਮਹੀਨਾ ਵਰਿਆ। ਉਸਨੇ ਬਾਹਰ ਦੀ ਬਨਸਪਤੀ ਵਿੱਚ ਆਸੇ ਪਾਸੇ ਖੇੜਾ ਲੈ ਆਉਂਦਾ, ਹਰਿਆਵਲਤਾ ਲੈ ਆਉਂਦੀ। ਇਸੇ ਤਰ੍ਹਾਂ ਮਾਲਕ ਦੀ ਕਿਰਪਾ ਨਾਲ ਗੁਰੂ ਬੰਦਨ ਰੂਪ ਹੋ ਕਰਕੇ ਨਾਮ ਦੀ ਵਰਖਾ ਕੀਤੀ, ਜਿਸ ਕਰਕੇ ਸਾਰੇ ਹਿਰਦੇ ਜਿਹੜੇ ਨਾਮ ਜਪ ਸੰਸਾਰ ਭਰਪੂਰ ਹੋ ਗਏ। ਹਰ ਮਿਲਣ ਨੋ ਮਨ ਲੋਚਦਾ, ਕਰਮ ਮਿਲਾਵਣ ਹਾਰ। ਗੁਰਮੁਖ ਜਨਾਂ ਦਾ ਮਨ ਹਮੇਸ਼ਾ ਲੋਚਦਾ ਦਾ ਅਰਥ ਹੈ ਪਾਂਗਦਾਰੀ ਦਾ, ਇੱਛਾ ਕਰਦਾ, ਸਦਰ ਵਿੱਚ ਰਹਿੰਦਾ, ਸਦਰ ਰੱਖਦਾ ਹੈ। ਕਾਹਦੇ ਲਈ? ਹਰ ਮਿਲਣੇ ਨੂੰ, ਮਾਲਕ ਨੂੰ ਮਿਲਣ ਵਾਸਤੇ, ਹਰੀ ਅਕਾਲ ਪੁਰਖ ਨੂੰ ਮਿਲਣ ਵਾਸਤੇ ਮਨ ਲੋਚਦਾ, ਚਾਹੁੰਦਾ ਹੈ, ਇੱਛਾ ਕਰਦਾ ਹੈ। ਪਰ ਕਰਮ ਮਿਲਾਵਣ ਹਾਰ, ਕਰਮ ਫਾਰਸੀ ਚ ਕਹਿੰਦੇ ਬਖਸ਼ਿਸ਼ ਨੂੰ, ਸੰਸਕ੍ਰਿਤ ਚ ਕਹਿੰਦੇ ਸਾਡੇ ਭਾਗਾਂ ਨਸੀਬਾਂ ਨੂੰ। ਸਾਡੇ ਭਾਗ ਨਸੀਬ ਸਾਥ ਦੇਣ ਤੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਿਰਪਾ ਰਹਿਮਤ ਹੋਵੇ, ਫਿਰ ਮਿਲਾਵਣ ਹਾਰ ਗੁਰੂ ਸਾਹਿਬ ਜੀ ਮਿਲਾਉਣ ਹਾਰ ਬਖਸ਼ਿਸ਼ ਕਰਕੇ ਮਿਲਾ ਦਿੰਦੇ ਨੇ। ਸੋ ਗੁਰੂ ਦੀ ਮਿਹਰ ਹੀ ਮਾਲਕ ਦੇ ਨਾਲ ਮਿਲਾਉਣ ਵਾਲੀ ਹੈ। ਜਿਨੀ ਸਖੀਏ ਪ੍ਰਭ ਪਾਇਆ, ਹਾਂ ਤਿਨ ਕੈ ਸਦ ਬਲਿਹਾਰ। ਜਿਨ੍ਹਾਂ ਸਖੀਏ ਸਖੀਆਂ ਸਹੇਲੀਆਂ ਗੁਰਮੁਖ ਜੀਵ ਇਸਤਰੀਆਂ ਨੇ ਪ੍ਰਭੂ ਪਰਮਾਤਮਾ ਨੂੰ ਪਾ ਲਿਆ, ਸਾਹਿਬ ਕਹਿੰਦੇ ਹਉ ਤਿਨ ਕੈ ਸਦ ਬਲਿਹਾਰ। ਹਉ ਅਸੀਂ ਉਹਨਾਂ ਗੁਰਮੁਖ ਜਨਾਂ ਤੋਂ ਸਦਾ ਵਾਸਤੇ ਹਮੇਸ਼ਾ ਦੇ ਲਈ ਬਲਿਹਾਰ ਕੁਰਬਾਨ ਸਦਕੇ ਜਾਂਦੇ ਹਾਂ। ਨਾਨਕ ਹਰਿ ਜੀ ਮਇਆ ਕਰ, ਸ਼ਬਦ ਸਵਾਰਣ ਹਾਰ। हे ਹਰੀ ਜੀ, ਧੰਨ ਗੁਰੂ ਅਰਜਨ ਦੇ ਬਾਦਸ਼ਾਹ ਕਾਲ ਪੁਰਖ ਦੇ ਚਰਨ ਚ ਅਰਦਾਸ ਬੇਨਤੀ ਕਰਨ ਦਾ ਵੰਨ ਢੰਗ ਤਰੀਕਾ ਤੇ ਜੁਗਤ ਸਾਨੂੰ ਸਮਝਾ ਰਿਹਾ ਕਿ ਭਾਈ ਇਸ ਤਰ੍ਹਾਂ ਬੇਨਤੀ ਕਰਿਆ ਕਰੋ। हे ਹਰ ਜੀ ਮਇਆ ਕਰ, ਮਇਆ ਦਾ ਅਰਥ ਹੈ ਮਿਹਰ ਕਰ, ਦਇਆ ਕਰ, ਤਰਸ ਕਰ, ਕਿਰਪਾ ਕਰ। ਆਪਣੀ ਮਿਹਰ ਦਇਆ ਮਇਆ ਕਰ, ਸ਼ਬਦ ਸਵਾਰਨ ਹਾਰ। ਤੇਰਾ ਸ਼ਬਦ ਜਿਹੜਾ ਨਾ ਜੀਵਨ ਨੂੰ ਸਵਾਰਨ ਵਾਲਾ ਤੇਰਾ ਉਪਦੇਸ਼, ਸਾਨੂੰ ਆਪਣਾ ਉਪਦੇਸ਼ ਗੁਰੂ ਦੇ ਦੁਆਰਾ ਬਖਸ਼ਿਸ਼ ਕਰੋ। ਸੋ ਸ਼ਬਦ ਸਵਾਰਨ ਹਾਰ, ਸ਼ਬਦ ਤੋਂ ਭਾਵ ਬ੍ਰਹਮ ਵੀ ਹੈ। ਉਹ ਬ੍ਰਹਮ ਪਰਮੇਸ਼ਰ ਜੀਵਨ ਨੂੰ ਸਵਾਰਨ ਹਾਰ, ਸਵਾਰਨ ਵਾਲਾ ਗੁਰੂ ਦਾ ਸ਼ਬਦ ਉਪਦੇਸ਼ ਸਿੱਖਿਆ ਹੀ ਜੀਵਨ ਨੂੰ ਸਵਾਰਨ ਵਾਲੇ ਸਵਾਰਦੇ ਹਨ। ਸਾਵਣ ਦਿਨਾ ਸੁਹਾਗਣੀ, ਜਿਨ ਰਾਮ ਨਾਮ ਉਰਹਾਰ। ਸਤਿਗੁਰੂ ਪਾਤਸ਼ਾਹ ਜੀ ਅੰਦਰ ਹੀ ਪੰਕਤੀ ਚ ਫਰਮਾ ਰਹੇ ਨੇ, ਸਾਉਣ ਦਾ ਮਹੀਨਾ ਤਿੰਨਾਂ ਉਹਨਾਂ ਗੁਰਮੁਖ ਜੀਵ ਇਸਤਰੀਆਂ ਵਾਸਤੇ ਸੁਹਾਗਣੀ ਭਾਗਾ ਭਰਿਆ। ਸੁਹਾਗਣੀ ਦਾ ਅਰਥ ਹੁੰਦਾ ਹੈ ਭਾਗਾ ਵਾਲੀ, ਜਿਹਦੇ ਚੰਗੇ ਉੱਤੋਂ ਭਾਗ ਨੂੰ ਸੁਹਾਗਣ ਕਹਿੰਦੇ, ਜਿਹਦਾ ਖਸਮ ਸਾਈਂ ਮਾਲਕ ਸਿਰ ਤੇ ਮੌਜੂਦ ਹੋਵੇ। ਉਹ ਗੁਰਮੁਖ ਜੀਵ ਰੂਪ ਇਸਤਰੀਆਂ ਸੁਹਾਗਣ ਨੇ ਸਦਾ, ਕਿਉਂਕਿ ਪਤੀ ਅਕਾਲ ਪੁਰਖ ਵਾਹਿਗੁਰੂ ਹੈ। ਅਕਾਲ ਮੂਰਤ ਵਰ ਪਾਇਆ, ਅਬਨਾਸੀ ਨਾ ਕਦੇ ਮਰੈ ਨਾ ਜਾਇਆ। ਉਹ ਗੁਰਮੁਖ ਜੀਵ ਇਸਤਰੀਆਂ ਸਦਾ ਹੀ ਸੁਹਾਗਣ ਵੱਟੀਆਂ ਭਾਗਾਂ ਵਾਲੀਆਂ ਨੇ। ਕੌਣ? ਜਿਨ ਰਾਮ ਨਾਮ ਕੁਰਹਾਰ, ਜਿਨ੍ਹਾਂ ਨੇ ਗੁਰ ਦਾ ਅਰਥ ਹੈ ਹਿਰਦਾ, ਕੰਠ, ਗਲਾ। ਅਕਾਲ ਪੁਰਖ ਵਾਹਿਗੁਰੂ ਜੋ ਰਾਮ ਰਮਿਆ ਹੋਇਆ, ਉਹਦਾ ਨਾਮ, ਉਹਦੇ ਨਾਮ ਦਾ ਕੁਰਹਾਰ ਹਿਰਦੇ ਦੇ ਵਿੱਚ, ਗਲ ਵਿੱਚ ਹਾਰ ਪਾ ਲਿਆ ਹੈ। ਕੰਠ ਵਿੱਚ, ਗਲ ਵਿੱਚ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਜਪ ਦਾ, ਸਿਮਰਨ ਦਾ, ਬੰਦਗੀ ਦਾ ਹਾਰ ਪਾ ਲਿਆ। ਹਰ ਹਾਰ ਔਰ ਪਹਿਰਿਆ ਵਾਹਿਗੁਰੂ ਦੇ ਨਾਮ ਦਾ ਹਾਰ ਜਿਨ੍ਹਾਂ ਪਹਿਨ ਲਿਆ, ਤਾਂ ਸਹਿਬ ਕਹਿੰਦੇ ਵੱਡੇ ਭਾਗਾਂ ਵਾਲੀਆਂ। ਸਾਉਣ ਦਾ ਮਹੀਨਾ ਉਹਨਾਂ ਵਾਸਤੇ ਬੜਾ ਸੁਖਦਾਈ ਹੁੰਦਾ ਹੈ, ਠੰਡਕ ਪਹੁੰਚਾਉਣ ਵਾਲਾ ਹੁੰਦਾ, ਸ਼ਾਂਤੀ ਦੇਣ ਵਾਲਾ ਹੁੰਦਾ ਹੈ। ਜੇਠ ਹਾੜ ਦੀਆਂ ਤਪਸ਼ਾਂ ਜਿਵੇਂ ਬਾਹਰੀ ਤੌਰ ਤੇ, ਇਸੇ ਤਰ੍ਹਾਂ ਅਵਗੁਣਾਂ ਦੀਆਂ ਤਪਸ਼ਾਂ ਵੀ ਫਿਰ ਉਸ ਗੁਰਮੁਖ ਜੀਵ ਇਸ ਨੂੰ ਸਤਾਉਂਦੀਆਂ ਨਹੀਂ, ਦੁਖੀ ਨਹੀਂ ਕਰਦੀਆਂ। ਉਹਨੂੰ ਉਹ ਦਾਤ ਪ੍ਰਾਪਤ ਹੋ ਜਾਂਦੀ ਹੈ, ਚੰਦਨ ਚਾਂਦਨਾ ਸਰਦਰੁੱਤ, ਮੂਲ ਨਾ ਮਿਟੀ ਘਾਮ,
ਸੀਤਲ ਥੀਵੇ ਨਾਨਕਾ ਜੇ ਬੰਦੜੋ ਹਰ ਨਾਮ। ਹਰੀ ਦਾ ਨਾਮ ਜਪ ਕੇ ਗੁਰਮੁਖ ਜਨ ਅੰਤਰ ਆਤਮੇ ਤੋਂ ਸੀਤਲ ਤੇ ਠੰਡੇ ਠਾਰ ਹੋ ਜਾਂਦੇ ਹੈ। ਇਹ ਸਾਉਣ ਦੇ ਮਹੀਨੇ ਦੁਆਰਾ ਸਾਹਿਬਾਂ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰ ਚੜ੍ਹਿਆ ਹੋਇਆ ਸਾਉਣ ਦਾ ਮਹੀਨਾ ਸਾਡੇ ਵਾਸਤੇ ਸੁਖਦਾਈ ਹੋਵੇ, ਗੁਰੂ ਚਰਨਾਂ ਨਾਲ ਬਨ ਆਵੇ, ਪ੍ਰੀਤ ਬਣੇ। ਸਤਿਗੁਰੂ ਪਾਤਸ਼ਾਹ ਜੀ ਦਰੋਂ ਕਰੋ ਸਿੱਖੀ ਸਿੱਧਕ ਭਰੋਸਾ ਨਾ ਪਾਣੀ ਦਾ ਪਿਆਰ ਪ੍ਰੇਮ ਨੂੰ ਉਤਸ਼ਾਹ ਬਖਸ਼ਿਸ਼ ਕਰਕੇ ਨਿਵਾਜਣ। ਸੋ ਹੁਣ ਜੋ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਸਤਿਗੁਰੂ ਸਾਹਿਬਾਨ ਜੀ ਦੇ ਪਾਵਨ ਪਵਿੱਤਰ ਸ਼ਸਤਰ ਸੁਸ਼ੋਭਿਤ ਨੇ, ਉਹਨਾਂ ਇਤਿਹਾਸਕ ਸ਼ਸਤਰਾਂ ਦੇ ਆਪ ਜੀ ਨੂੰ ਦਰਸ਼ਨ ਦਿਦਾਰ ਕਰਵਾਏ ਜਾਣੇ ਹਨ। ਸੋ ਆਪ ਜੀ ਸਿੱਖ ਸੰਗਤਾਂ ਕੁਝ ਸਮੇਂ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਮਹਾਨ ਪਾਵਨ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਦਿਦਾਰ ਕਰਕੇ ਨਾਲ ਸੰਖੇਪ ਇਤਿਹਾਸ ਤੋਂ ਜਾਣੂ ਹੋਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਅੰਤਰੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਨਾਨਕ ਹਰਿ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ। ਸਾਵਨ ਦਿਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸਾਜੀ ਮੁਰਾਦੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਹੁਣ ਆਪ ਜੀ ਨੂੰ ਜੋ ਸਤਿਗੁਰੂ ਸਾਹਿਬਾਨ